ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੀਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਵ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ
ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਚਉਪਈ ਬਹੁਰੋ ਕਿਤਕ ਬਿਤਾਇਓ ਕਾਲਾ। ਸ਼੍ਰੀ ਨਾਨਕ ਜੀ ਪਰਮ ਕਿਰਪਾਲਾ। ਇੱਕ ਦਿਨ ਅੰਗਦ ਸੰਗ ਬਖਾਨਾ। ਤੁਮ ਅਬ ਗਮਣੋ ਆਪਨ ਸਥਾਨਾ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਰੋ ਕਿਤਕ ਬਿਤਾਇਓ ਕਾਲਾ। ਸ਼੍ਰੀ ਨਾਨਕ ਜੀ ਪਰਮ ਕਿਰਪਾਲਾ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਸ਼ੁਰੂ ਕਰਦੇ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਅਧਿਆਇ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ, ਧੰਨ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਅੰਗਦ ਦੇਵ ਜੀ ਬਣਾਇਆ ਹੈ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਜਿਹੜੀ ਮਹਿਮਾ ਹੈ ਉਹ ਸਾਰੇ ਸਿੱਖਾਂ ਨੂੰ ਸਮਝਾਈ। ਜਪਜੀ ਸਾਹਿਬ ਦਾ ਪਾਠ ਜਿਹੜਾ ਹਰ ਇੱਕ ਸਿੱਖ ਨੂੰ ਕੰਠ ਕਰਨ ਦੀ ਜਿਹੜੀ ਹਦਾਇਤ ਕੀਤੀ ਗਈ ਕਿ ਇਹ ਪਾਠ ਹਰ ਕਿਸੇ ਨੇ ਸਿੱਖ ਜਿਹੜਾ ਗਾਉਂਦਾ ਹੈ ਪਾਠ ਕੰਠ ਕਰੇ, ਇਹਨੂੰ ਪਿਆਰ ਦੇ ਨਾਲ ਪੜ੍ਹੇ, ਇਹਦੇ ਅਰਥਾਂ ਨੂੰ ਸਮਝੇ ਤੇ ਵਿਚਾਰੇ। ਹੁਣ ਅਗਲਾ ਅਧਿਆਇ ਇੱਥੇ ਸ਼ੁਰੂ ਕਰਦੇ ਅੱਗੇ ਕਵੀ ਰਾਜ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਸਤਿਗੁਰੂ ਜੀ ਨੇ ਕੁਝ ਸਮਾਂ ਜਿਹੜਾ ਹੈ ਉਹ ਫਿਰ ਹੋਰ ਬਤੀਤ ਕੀਤਾ। ਇੱਕ ਦਿਨ ਅੰਗਦ ਸੰਗ ਬਖਾਨਾ। ਤੁਮ ਅਬ ਗਮਣੋ ਆਪਣੇ ਸਥਾਨਾ। ਉਸ ਤੋਂ ਅਗਲੇ ਦਿਨ ਕਹਿੰਦੇ ਗੁਰੂ ਸਾਹਿਬ ਜੀ ਨੇ ਧੰਨ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਕਿ ਸਤਿਗੁਰੂ ਭਾਈ ਪੁਰਖਾ ਤੁਸੀਂ ਹੁਣ ਆਪਣੇ ਥਾਂ 'ਤੇ ਚਲੇ ਜਾਓ। ਔਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਸਥਾਨ ਕਿਹੜਾ ਹੈ? ਖਡੂਰ ਸਾਹਿਬ। ਤੁਸੀਂ ਆਪਣੇ ਸਥਾਨ 'ਤੇ ਹੁਣ ਚਲੇ ਜਾਓ। ਇਹਾ ਨਾ ਰਹੀਏ ਆਇਸ ਇਹੀ, ਸਮਾ ਸਮੀਪ ਤਜੋ ਨਿਜ ਦੇਹੀ। ਸਤਿਗੁਰੂ ਜੀ ਕਹਿੰਦੇ ਨੇ ਭਾਈ ਹੁਣ ਇੱਥੇ ਨਾ ਰਹੋ, ਇਹ ਸਾਡੀ ਆਗਿਆ ਹੈ, ਹੁਕਮ ਹੈ। ਹੁਣ ਸਮਾਂ ਵੀ ਨੇੜੇ ਆ ਗਿਆ ਹੈ ਕਿ ਅਸੀਂ ਆਪਣਾ ਸਰੀਰ ਛੱਡ ਜਾਣਾ ਹੈ। ਔਰ ਦੇਖੋ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਦਿੱਤੀ। ਭਾਵੇਂ ਜਿਹੜੇ ਪੁੱਤਰ ਕਹੀ ਜਾਣ ਸਾਡਾ ਹੱਕ ਬਣਦਾ ਹੈ, ਪਰ ਸਤਿਗੁਰੂ ਜੀ ਜਾਣਦੇ ਨੇ ਪੁੱਤਰਾਂ ਦਾ ਹੱਕ ਜ਼ਮੀਨ 'ਤੇ ਹੋ ਸਕਦਾ ਹੈ। ਕੱਲ੍ਹ ਨੂੰ ਕੋਈ ਹੱਕ ਨਾ ਜਤਾਏ ਔਰ ਜੋ ਕੁਛ ਧੰਨ ਗੁਰੂ ਅੰਗਦ ਦੇਵ ਜੀ ਨੂੰ ਦਿੱਤਾ ਕੋਈ ਜ਼ਮੀਨ ਜਾਇਦਾਦ ਨਹੀਂ, ਇਹ ਬਾਣੀ ਦੀਆਂ ਪੋਥੀਆਂ ਦਿੱਤੀਆਂ ਨਾ ਜੀ। ਕਿਸ ਬਾਣੇ ਨੂੰ ਤੁਸੀਂ ਪੜ੍ਹਨਾ ਹੈ, ਵਿਚਾਰਨਾ ਹੈ, ਅੱਗੇ ਪੜ੍ਹਾਉਣਾ ਹੈ, ਪੜ੍ਹਾਉਣਾ ਹੈ। ਇਹ ਮਰਿਆਦਾ ਤੁਸੀਂ ਚਲਾਉਣੀ ਹੈ।
तो हुण इत्थों चले जाओ, असीं शरीर नूं छड्ड जाना है। दिन थोरे हृदय लिखीजै, ग्राम खडूर पियानो कीजै। सतगुरु जी कहते ने कि भाई पुरख है, समझ लो हुण कुछ कुछ दिन होर ने। तुसीं अपने नगर, अपने पिंड खडूर साहब नूं चले जाओ। उरे आप जी सारे जानते हो कि सतगुरु जी ने गुरता गद्दी देण तो बाद 5 दिन तक शरीर दे विच सतगुरु जी विचरते रहे। श्री अंगद बंदे द्वै हाथा, बोलियो बचन लाए पद माथा। धन गुरु अंगद देव सच्चे पातशाह जी ने दोवें हत्थ जोड़े, सतगुरु धन गुरु नानक साहिब के चरणों च मत्था टेकिया ते बेनती करके पूछते हैं, रावर की रजाए मम सीसा, एक अवर बूझूं जगतीसा। धन गुरु अंगद देव जी कहते हैं, हजूर सतगुरु जी तुहाडी आज्ञा मेरे सिर मत्थे ते, क्योंकि सतगुरु जी ने एक प्रण किया सी ना कि धन गुरु नानक देव सच्चे पातशाह का बचन कोई भी नहीं मोड़ता, केवल सत्य ही कहना है। सतगुरु जी तुहाडा हुक्म सिर मत्थे ते प्रवान, किरपा करो एक गल तुहाडे तो होर पूछना चाहुंदा, पुछ लवां। त्यागण तन को समझ आही, तब दरसो मैं आए के नाही। सतगुरु जी शरीर त्यागण का समा जदों आवेगा, किरपा करके ये दसो, हुक्म करो कि उदों मैं आप जी के दर्शन करन आवां कि ना। क्योंकि एक एक कदम जिहड़ा है वो गुरु साहब के हुक्म दे विच ही पुटदे ने। तुहाडी आग्या होवे तो शरीर जदों छड्डना है उदों मैं दर्शन करने वास्ते आवां। आए सदे हो त्यों आऊं समीपा, सुन बोले बेते कुलदीपा। क्योंकि सतगुरु जी तुसीं भेज रहे हो तो हुण तुहाडी जे आग्या होवे तो फिर मैं उदों नेड़े आवां। ये सुन के धन गुरु नानक देव सच्चे पातशाह ने फिर बचन किए, तुम नह आओ तब इते आसा, हम आवेंगे तुमरे पासा। धन गुरु नानक देव सच्चे पातशाह कहते हैं, भाई तुसीं इधर नहीं आना। हाँ, जदों शरीर छड्डना है, शरीर छड्डण तो पहलों असीं तुहाडे कोल आवांगे, तुहानूं आके दर्शन देंगे, पर तुसीं इधर नहीं आना। जिस बिद को न है सके लखाई, त्यों तब आए मिले तुझ ताई। जिस बिद को न सके लखाई, कि असीं आके तुहानूं ते दर्शन देंगे, पर तुहाडे तो बिना होर कोई नहीं समझ सकेगा, होर किसी नूं नज़र नहीं आवेगी। तुहानूं असीं शरीर छड्डण तो पहलों एक वारी मिलांगे, दर्शन देंगे, असीं आप उत्थे आवांगे। सुन कै सरोण बचन जग गुर के, चलियो ना चाहत निकेत बिछर के। हुण क्योंकि सतगुरु धन गुरु अंगद देव जी का प्यार ही इन्ना सी, चरना कमलों के विच नमस्कार तो की, पर अंदरों जिहड़ा चित्त है, जिहड़ा मन है, वो गुरु साहब के चरणों तो विछड़ना ही नहीं चाहता। पर गुरु साहब का हुक्म है, चलियो ना चाहत निकेत बिछर के। गुरु साहब तो विछड़ के मन जिहड़ा है वो घर वाले पासे नहीं जाना चाहता। तद पेर जाए अमोर सो प्रण जेहे, भयो त्यार चरण कोशन ते। पर फिर भी गुरु साहब का क्योंकि हुक्म है, रजा नूं मोड़ना नहीं। और सतगुरु धन गुरु अंगद देव जी ने तो प्रण भी किया हुआ सी, चलण वास्ते तैयार हो गए। हैव अदेन कर ही अष्टांगम, बंदे चरण कमल अनुरांगं। कहते अधीन हो के धन गुरु अंगद देव सच्चे पातशाह जी ने गुरु नानक देव के चरणों के विच नमस्कार की। अष्टांगं, अष्टांगं का वैसे अर्थ होंदा कि 8 अंग धरती ते ला के जदों आपां मत्था टेकदे हैं, 2 पैर 2 गोडे 2 हत्थ 6,
ਇੱਕ ਮੱਥਾ ਤੇ ਇੱਕ ਨੱਕ, 8 ਸਰੀਰ ਦੇ 8 ਅੰਗ ਥੱਲੇ ਲਾ ਕੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ। ਮਨ ਸੌਂਪਿਓ ਗੁਣ ਖਾਨੀ ਪਾਸੂ, ਤਨ ਗਮਨਿਓ ਜਿਸ ਦਿਸ਼ਾ ਆਵਾਸੂ। ਧੰਨ ਗੁਰੂ ਅੰਗਦ ਦੇਵ ਜੀ ਨੇ ਆਪਣਾ ਮਨ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਮਰਪਣ ਕਰ ਦਿੱਤਾ ਸੀ। ਮਨ ਗੁਰੂ ਸਾਹਿਬ ਦੇ ਕੋਲ ਸਮਰਪਿਤ ਕਰਕੇ ਗੁਰੂ ਸਾਹਿਬ ਦੇ ਕੋਲ ਛੱਡ ਕੇ ਜਿਹੜਾ ਤਨ ਹੈ ਉਹ ਲੈ ਕੇ, ਸਰੀਰ ਲੈ ਕੇ ਖਡੂਰ ਸਾਹਿਬ ਨੂੰ ਚੱਲ ਪਏ ਨੇ। ਵਿਦਾ ਹੋਏ ਜਗ ਗੁਰੂ ਤੇ, ਸ੍ਰੀ ਅੰਗਦ ਸੁਖ ਰਾਸ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਜਿਹੜੇ ਸੁੱਖਾਂ ਦੀ ਰਾਸ ਨੇ, ਉਹ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਆਗਿਆ ਲੈ ਕੇ ਉੱਥੋਂ ਵਿਦਿਆ ਹੋਏ। ਸਣੇ ਸਣੇ ਆਵਤ ਭਏ ਗ੍ਰਾਮ ਖਡੂਰ ਆਵਾਸ। ਧੰਨ ਗੁਰੂ ਅੰਗਦ ਦੇਵ ਜੀ ਹੌਲੀ ਹੌਲੀ ਚੱਲਦੇ ਆ, ਪਿੰਡ ਤੈਅ ਕਰਕੇ ਆਪਣੇ ਨਗਰ, ਆਪਣੇ ਗ੍ਰਾਮ, ਜਿਹਦੇ ਨਾਲ ਅਸੀਂ ਸ਼ਬਦ ਸਾਹਿਬ ਲਾਉਣੇ, ਖਡੂਰ ਸਾਹਿਬ। ਸਤਿਗੁਰੂ ਜੀ ਆਪਣੇ ਆਵਾਸ 'ਤੇ ਆ ਗਏ ਨੇ। ਮਿਲੇ ਤਬੇ ਸਗਰੇ ਨਰ ਆਈ, ਬੰਦੇ ਕੁਸ਼ਲ ਪੂਜ ਹਰ ਖਾਈ। ਹੁਣ ਖਡੂਰ ਸਾਹਿਬ ਨਗਰ ਦੇ ਜਿੰਨੇ ਲੋਕ ਨੇ ਉਹ ਆ ਕੇ ਸਤਿਗੁਰੂ ਜੀ ਨੂੰ ਮਿਲਦੇ ਨੇ, ਪਰ ਉਹਨਾਂ ਨੂੰ ਨਹੀਂ ਪਤਾ, ਉਹ ਭਾਈ ਲਹਿਣਾ ਜੀ ਕਰਕੇ ਮਿਲਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦਾ ਹੁਣ ਨਾਮ ਧੰਨ ਗੁਰੂ ਅੰਗਦ ਦੇਵ ਜੀ ਹੋ ਗਿਆ ਹੈ। ਉਹ ਇਹ ਨਹੀਂ ਜਾਣਦੇ ਕਿ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਜੋਤ ਦੇ ਵਾਰਸ ਬਣ ਚੁੱਕੇ ਨੇ। ਗੁਰੂ ਨਾਨਕ ਸਾਹਿਬ ਜੀ ਜੋਤ ਇਹਨਾਂ ਦੇ ਅੰਦਰ ਆ ਕੇ ਟਿਕ ਗਈ ਹੈ। ਜਥਾ ਜੋਗ ਆਦਰ ਸਭੀ ਕਾ, ਕਰਤ ਭਏ ਤਿਹਣ ਕੁਲ ਟਿਕਾ। ਤ੍ਰਿਣਾਂ ਦੇ ਵਿੱਚੋਂ ਕਿਸੇ ਨੇ ਭਾਈ ਕਹਿ ਕੇ ਆ ਕੇ ਕੋਈ ਮਿਲਿਆ ਹੈ, ਕੋਈ ਚਾਚਾ ਕਹਿ ਕੇ ਮਿਲਿਆ, ਕੋਈ ਤਾਇਆ ਕਹਿ ਕੇ ਮਿਲਿਆ। ਜਥਾ ਜੋਗ ਜਿਵੇਂ ਜਿਵੇਂ ਕੋਈ ਕਹਿੰਦੇ ਸਨ ਸਾਰੇ ਮਿਲੇ। ਔਰ ਗੁਰੂ ਸਾਹਿਬ ਜੀ ਨੇ ਜਥਾ ਜੋਗ ਉਸੇ ਤਰ੍ਹਾਂ ਸਾਰਿਆਂ ਦਾ ਸਤਿਕਾਰ ਕੀਤਾ ਹੈ। ਸਗਲੇ ਕਲਾ ਵਿਸਾਲ ਦੁਰਾਈ, ਨਹਿ ਕਿਸ ਕੇ ਸੰਗ ਕਬੇ ਜਨਾਈ। ਏਡੀ ਵੱਡੀ ਕਲਾ, ਏਡੀ ਵੱਡੀ ਸ਼ਕਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਅੰਦਰ ਟਿਕਾਈ। ਪਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਇਸ ਸ਼ਕਤੀ ਦੇ ਬਾਰੇ ਬਿਲਕੁਲ ਇਹਨੂੰ ਛੁਪਾ ਕੇ ਰੱਖਿਆ ਹੈ। ਕਿਸੇ ਨੂੰ ਨਹੀਂ ਜਨਾਇਆ, ਕਿਸੇ ਨੂੰ ਨਹੀਂ ਦੱਸਿਆ ਕਿ ਮੈਂ ਗੁਰੂ ਬਣ ਗਿਆ। ਕਿਸੇ ਨੂੰ ਨਹੀਂ ਦੱਸਿਆ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਏਡਾ ਵੱਡਾ ਤਖਤ ਸਾਨੂੰ ਦਿੱਤਾ ਹੈ। ਔਰ ਲੋਕ ਜਿਹੜੇ ਨੇ ਉਹ ਭਾਈ ਲਹਿਣਾ ਜੀ ਕਰਕੇ ਜਾਣਦੇ ਨੇ। ਜੋ ਹਿਰਦੇ ਕਰ ਬਹੁ ਜਗੇ ਆਸਾ, ਆਏ ਕਰੇ ਸੇਵਾ ਤਿਨ ਪਾਸਾ। ਜਿਹੜੇ ਭਾਈ ਲਹਿਣਾ ਜੀ ਜਾਣ ਕੇ ਜਗਿਆਸਾ ਰੱਖਦੇ ਸਨ ਕਿ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਇਹ ਸੇਵਾ ਕਰਦੇ ਨੇ, ਉਹ ਭਾਈ ਲਹਿਣਾ ਜੀ ਦੇ ਚਰਨਾਂ ਵਿੱਚ ਆ ਕੇ ਲਹਿਣਾ ਜੀ ਜਾਣ ਕੇ, ਹਜੇ ਵੀ ਲਹਿਣਾ ਜੀ ਜਾਣਦੇ ਨੇ, ਇੱਥੇ ਆ ਕੇ ਸੇਵਾ ਕਰਦੇ ਨੇ ਕਿ ਇਹ ਗੁਰੂ ਦੀ ਸੇਵਾ ਕਰਕੇ ਆਏ ਨੇ, ਅਸੀਂ ਇਹਨਾਂ ਦੀ ਸੇਵਾ ਕਰਕੇ ਕੋਈ ਲਾਹਾ ਨਹੀਂ ਹੈ। ਤਬ ਉਪਦੇਸ਼ੇ ਹਿਤ ਕਲਿਆਣਾ, ਪਰੇ ਕੁਬੰਧਨ ਕਰਹਿ ਹਾਨਾ। ਇੱਧਰ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਆਪਣੇ ਘਰ ਵਿੱਚ ਆ ਗਏ ਨੇ। ਉੱਧਰ ਜਿਹੜੇ ਜਗਿਆਸੂ ਨੇ ਉਹ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਨੇ। ਨਿਜ ਪ੍ਰਤਾਪ ਜੋ ਸਰਬ ਛਿਪਾਵਾ, ਸੂਰਜ ਮਨਹੁ ਬੀਚ ਘਟ ਪਾਵਾ। ਉਹੀ ਉਪਦੇਸ਼ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਵੀ ਦੇ ਰਹੇ ਨੇ। ਪਰ ਨਿਜ ਪ੍ਰਤਾਪ ਜੋ ਸਰਬ ਛਿਪਾਵਾ, ਜਿਹੜਾ ਆਪਣਾ ਪ੍ਰਤਾਪ ਹੈ ਉਹ ਬਿਲਕੁਲ ਛਿਪਾ ਕੇ ਰੱਖਿਆ ਹੈ ਕਿ ਜਿਵੇਂ ਸੂਰਜ ਕਿਤੇ ਘਟਾਵਾਂ ਦੇ ਵਿੱਚ ਕੁਝ ਲੁਕ ਜੇ ਤੇ ਕਿੰਨਾ ਕੁ ਚਿਰ ਲੁਕ ਸਕਦਾ ਜੀ। ਘਟਾਵਾਂ ਸੂਰਜ ਨੂੰ ਕਦੋਂ ਤੱਕ ਛਿਪਾ ਸਕਦੀ ਹੈ। ਜਿਹੜਾ ਤੇਜ ਪ੍ਰਤਾਪ ਹੈ ਉਹ ਤਾਂ ਬਾਹਰ ਆਉਣਾ ਹੀ ਹੈ। ਪਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਸਨਾ ਦੇ ਨਾਲ ਕਿਸੇ ਨੂੰ ਨਹੀਂ ਦੱਸਿਆ। ਕਿਨਹੂ ਨਾ ਅਜਰ ਜਰਿਓ ਇਨ ਜੈਸੇ, ਤੀਨ ਕਾਲ ਮਹਿ ਭਇਓ ਨਾ ਐਸੇ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹਨਾਂ ਦੇ ਵਾਂਗ ਭਾਵ ਕਿ ਧੰਨ ਗੁਰੂ ਅੰਗਦ ਦੇਵ ਜੀ ਦੇ ਵਾਂਗ
क्योंकि एडे वड्डे ताकत नूं जर लेना ये जरी जाण वाली तो नहीं। देखो साडे वर्गिया कोल कोई छोटा जो गुण ही आ जाए, 4 टके ही आ जाए, तो असीं समाज विच वेखने कि उन्हां तों जरे ही नहीं आते। और दीन दुनिया के मालक हो गए, दीन दुनिया के मालक की जोत अंदर आ गई, सारिया ताकत अंदर ने, पर यह जरिया नहीं जा सकता आम तो। पर धन गुरु अंगद देव जी वो ने जिहड़ा नहीं जरिया जा सकता, उन्होंने भी जरिया है। ऐसा तिन्ना कालों के विच कदे नहीं होया, ना पहलू होया, ना हुण है, तो ना अगे कदे होना है कि इन्नियां ताकत आ जान, उन्होंने छुपा के कोई रख लवे। उत्पत पालण शक्त तिलोकन सिंध सुगत मह सब जन रोको। हुण धन गुरु अंगद देव सच्चे पातशाह जी जिहड़ियां शक्तियां उन्हां कोल आईयां ने, वो शक्तियां दे तो समुंदर है, तो जिवें उन्होंने अपने अंदर छुपाया है, तो इस तरह है जिवें किसी समुंदर नूं मुठ दे विच बंद कर लेना। क्योंकि शक्ति कोई ताकत किसी तरह की भी आ जाए, बंदा किसी को ना दसे, पर घट्टो घट किसी न किसी को तो दसदा ही है, घरदिਆਂ ਨੂੰ दसदा है, किसी नाल दे ਨੂੰ दसदा है। पर धन गुरु अंगद देव सच्चे पातशाह जी ने, जिन्हों ने अपने महल तो साढ़े माता माता खीवी जी को भी कदे ये गल कही नहीं, दसी नहीं, अपनी रस्म नाल कुछ नहीं दसिया। मुष्ट पिखै सब सब लिए जैसे, इस बिद रहे सदन निज पैसे। दूसरे उदाहरण कविराज देंदे ने कि जिवें मुट्ठी विच आकाश किसी ने बंद कर लिया होवे, आकाश बंद नहीं होता, पर ताकत इन्नियां ने, जिवें गुरु साहब ने, धन गुरु अंगद देव जी ने आकाश मुट्ठी विच बंद कर लिया तो अपने घर विच बैठे रहे। तिनके सिर पद पंकज ताई, कव संतोख सिंह बंधन गाई। कवि संतोख सिंह जी कहते हैं ऐसे ना जरे जान वाले नूं जर लैण वाले धन गुरु अंगद देव सच्चे पातशाह जी के चरणा कमलों के विच कवि संतोख सिंह की नमस्कार है। ते पश्चात जो भयो प्रसंगा, सुनो सो श्रोता संग उमंगा। हुण कविराज कहते हैं इधर सतगुरु जी खडूर साहब आ गए, उधर फिर जिवें धन गुरु नानक साहब जी का प्रसंग होया, कहते हैं श्रोता जनो पहलों बड़े प्यार दे नाल वो सरवण करो। श्री नानक जस ते ना उचाटू, सुन सुन सदा बंद निज काटू। कवि संतोख सिंह जी लिखते हैं कि धन गुरु नानक देव सच्चे पातशाह का संग जिहड़ा जस है वो सुनन तो उचाटू, भाई सिखो कदे उचाट ना हो। धन गुरु नानक देव सच्चे पातशाह जी के जस नूं सुनते रहो, उन्हां दी कथे कहानी सुनते रहो, सुन सुन के अपने दुनियावी बंधनां नूं कट लियो, क्योंकि गुरु नानक साहब की बाणी तो बंधनां नूं कटदी है। तो कवि संतोख सिंह जी लिखते हैं गुरु साहब का इतिहास, गुरु दी सिफत सलाह ये भी बंधनां नूं कट्टण वालियां ने। बहुता नहीं, जिन्ना भी समा आप गुरु घर दे विच बैठने, जदों इतिहास सुनने उन्ना समा तो घट्टो घट कट्टिया ही जाता है। कवि संतोख सिंह जी कहते हैं सतगुरु जी की महिमा जिहड़ी है वो सदा ही गायो, सदा ही सुनो। सिर जग गुर को जह दरबारा, हुतो अगारी चल दरबारा। कहते सतगुरु धन गुरु नानक साहब जी जिथे दरबार है, भाव के करतारपुर साहब जिथे उन्होंने धर्मशाला बनी हुई है, उत्ते बिल्कुल सामने एक वड्डा पिपल है, चलदा पिपल का रुख है। सगन छाओ शोभत रमणिका, तैं बैठे बेदे कुल टिका। कहते हुण धन गुरु अंगद देव जी नूं गुरता गद्दी देने तो बाद सतगुरु जी उस पिपल की संघनी छां दे थल्ले बैठते हैं। किरपा भरे द्वै नैन रसीले, कलोख निकंदन देख छपीले।
ਕਹਿੰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਦੋਵੇਂ ਨੈਣ ਹਰ ਵੇਲੇ ਕਿਰਪਾ ਦੇ ਰਸ ਨਾਲ ਭਰੇ ਰਹਿੰਦੇ ਨੇ, ਕਿ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਪਾਪਾਂ ਦਾ ਨਾਸ ਹੁੰਦਾ ਹੈ। ਤਤ ਗਿਆਨ ਮੈਂ ਕੋਮਲ ਬੋਲਾ, ਸਰੋਣ ਸੁਣਾਵੇ ਮਧੁਰ ਮੋਲਾ। ਉਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤਤ ਗਿਆਨ ਜਦੋਂ ਬੋਲਦੇ ਨੇ ਆਪਣੇ ਕੋਮਲ ਰਸਨਾ ਤੋਂ, ਉਹ ਤਤ ਗਿਆਨ ਹੀ ਬੋਲਦੇ ਨੇ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਕਿਸੇ ਕਵੀ ਦੀ ਆਮ ਰਚਨਾ ਨਹੀਂ, ਇਹ ਤਤ ਗਿਆਨ ਹੈ। ਉਹ ਤਤ ਗਿਆਨ ਸਤਿਗੁਰੂ ਜੀ ਸ਼ਬਦ ਦੇ ਰਾਹੀਂ ਗਾ ਕੇ ਆਪਣੇ ਸਿੱਖਾਂ ਨੂੰ ਸੁਣਾਉਂਦੇ ਨੇ। ਸਾਂਗ ਆਰੰਭੇ ਸਿੱਖ ਜੇ ਪਲਾਏ, ਸੋ ਸੁਣ ਪਰਖਣ ਬਿਦ ਪਛਤਾਏ। ਪਿੱਛੇ ਆਪ ਜੀ ਨੇ ਸਰਵਣ ਕੀਤਾ ਕਿ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਵਾਂਗ ਬਣਾਇਆ ਸ਼ਿਕਾਰੀਆਂ ਵਾਲਾ, ਸੂਰ ਪਿੱਛੇ ਅੱਗੇ ਸੂਰ ਲਾਲੇ, ਪਿੱਛੇ ਕੁੱਤੇ ਲਾਲੇ। ਜਦੋਂ ਕਿਹਾ ਸੀ ਮੁਰਦਾ ਪਿਆ ਕਿ ਜੇ ਸਾਡੇ ਸਿੱਖ ਕੁੱਤੇ ਨੂੰ ਖਾਓ, ਸਾਰੇ ਭੱਜ ਗਏ ਸਨ। ਉਹ ਸਿੱਖ ਜਦੋਂ ਭੱਜੇ, ਉਹਨਾਂ ਨੇ ਸੁਣਿਆ ਕਿ ਇਹ ਤੇ ਗੁਰੂ ਸਾਹਿਬ ਜੀ ਸਾਡੀ ਪਰਖ ਕਰ ਰਹੇ ਸਨ। ਪਰਖਣ ਵਾਸਤੇ ਸਾਰਾ ਕੁਛ ਕੀਤਾ, ਉਹ ਸਾਰੇ ਬੜੇ ਪਛਤਾਏ। ਬਹੁ ਰੋਆਏ ਹਜ਼ੂਰ ਅਗਾਰੀ, ਨਿਜ ਔਗਣ ਸੰਗ ਬਿਨੈ ਉਚਾਰੀ। ਉਹ ਸਾਰੇ ਫਿਰ ਸਤਿਗੁਰ ਦੇ ਹਜ਼ੂਰੀ ਵਿੱਚ ਵਾਪਸ ਆਏ। ਆ ਕੇ ਸਾਰਿਆਂ ਨੇ ਹੱਥ ਜੋੜ ਕੇ ਫਿਰ ਗੁਰੂ ਸਾਹਿਬ ਤੋਂ ਖਿਮਾ ਮੰਗੀ ਕਿ ਸਤਿਗੁਰ ਜੀ ਅਸੀਂ ਭੁੱਲ ਗਏ, ਔਗਣ ਹਾਰੇ ਆ, ਤੁਹਾਨੂੰ ਛੱਡ ਕੇ ਭੱਜ ਗਏ। ਉਹ ਜਿਹੜੇ ਹਜ਼ਾਰਾਂ ਦੀ ਭੀੜ ਪਹਿਲੋਂ ਲੱਗਦੇ ਸੀ, ਉਹ ਹਜ਼ਾਰਾਂ ਸਿੱਖ ਫਿਰ ਗੁਰੂ ਘਰ ਦੇ ਵਿੱਚ ਆਉਣੇ ਸ਼ੁਰੂ ਹੋ ਗਏ। ਬਖਸ਼ਾਵੇਂ ਯਾਰ ਪਾਸ ਰਹੇ ਹੀ, ਸੇਵੇਂ ਚਰਨ ਕਮਲ ਸੁਖ ਲੇਹੀ। ਉਹ ਆਪਣੀਆਂ ਭੁੱਲਾਂ ਨੂੰ ਗੁਰੂ ਸਾਹਿਬ ਤੋਂ ਬਖਸ਼ਾਉਂਦੇ ਨੇ, ਚਰਨਾਂ ਕਮਲਾਂ ਦੇ ਵਿੱਚ ਰਹਿ ਕੇ ਸੇਵਾ ਕਰਦੇ ਨੇ, ਫਿਰ ਗੁਰੂ ਸਾਹਿਬ ਦੇ ਕੋਲ ਹੀ ਰਹਿੰਦੇ ਨੇ। ਇਹ ਵੀ ਖਬਰ ਮਿਲ ਗਈ, ਕੰਨਾਂ ਦੇ ਵਿੱਚ ਆਵਾਜ਼ ਪੈ ਗਈ ਕਿ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਗੁਰਤਾ ਗੱਦੀ ਦੇ ਦਿੱਤੀ ਹੈ, ਤੇ ਉਹਨਾਂ ਨੇ ਬਚਨ ਕਰ ਦਿੱਤੇ ਨੇ ਕਿ ਥੋੜ੍ਹੇ ਦਿਨ ਅਸੀਂ ਸਰੀਰ ਵਿੱਚ ਰਹਿਣਾ ਹੈ, ਸਰੀਰ ਨੂੰ ਛੱਡ ਜਾਣਾ ਹੈ। ਸ਼ਬਦ ਅਭਿਆਸ ਹੋਤ ਨਿਤ ਭਾਰੀ, ਗਾਏ ਸਭ ਪ੍ਰੇਮੇ ਅਰਥ ਵਿਚਾਰੀ। ਉੱਥੇ ਰੋਜ਼ਾਨਾ ਸ਼ਬਦ ਦਾ ਅਭਿਆਸ ਹੁੰਦਾ ਹੈ, ਸ਼ਬਦ ਦਾ ਕੀਰਤਨ ਹੁੰਦਾ ਹੈ। ਫਿਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਉਹਨਾਂ ਸ਼ਬਦਾਂ ਦੇ ਅਰਥ ਕਰਕੇ ਆਪਣੇ ਸਿੱਖਾਂ ਨੂੰ ਸਮਝਾਉਂਦੇ ਨੇ, ਉਹਨਾਂ ਦੇ ਵਿਚਾਰ ਕਰਨੀ ਦੱਸਦੇ ਨੇ। ਤੁਰਕਣ ਮਹਿ ਮਹਿਮਾ ਬਹੁ ਜਾਗੀ, ਆਵੇਂ ਦਰਸ ਕਰੇ ਬੜ ਭਾਗੇ। ਔਰ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੇਵਲ ਸਿੱਖ ਹੀ ਨਹੀਂ ਕਰਦੇ, ਹਿੰਦੂ ਹੀ ਨਹੀਂ ਕਰਦੇ। ਤੁਰਕਾਂ ਦੇ ਵਿੱਚ, ਮੁਸਲਮਾਨਾਂ ਦੇ ਵਿੱਚ ਵੀ ਗੁਰੂ ਸਾਹਿਬ ਜੀ ਦੀ ਬੜੀ ਮਹਿਮਾ ਸੀ। ਉਹ ਵੀ ਵੱਡੇ ਭਾਗਾਂ ਵਾਲੇ ਜਿਹੜੇ ਮੁਸਲਮਾਨ ਵੀਰ ਨੇ, ਉਹ ਵੀ ਦਰਸ਼ਨ ਕਰਨ ਆਉਂਦੇ ਨੇ। ਸੁਣੇ ਸ਼ਬਦ ਕਰ ਪ੍ਰੇਮ ਵਿਸਾਲਾ, ਤਿਨ ਕੇ ਕਰੇ ਕਲਿਆਣ ਕਿਰਪਾਲਾ। ਕਹਿੰਦੇ ਉਹ ਮੁਸਲਮਾਨ ਵੀਰ ਵੀ ਬੜੇ ਪਿਆਰ ਦੇ ਨਾਲ ਕਿਰਪਾਲੂ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਨੇ, ਉਹਨਾਂ ਦੇ ਰਸਨਾ ਤੋਂ ਸ਼ਬਦ ਸੁਣਦੇ ਨੇ, ਸ਼ਬਦ ਦੇ ਵਿਚਾਰ ਸੁਣਦੇ ਨੇ, ਤੇ ਆਪਣੇ ਜੀਵਨ ਦਾ ਕਲਿਆਣ ਕਰਦੇ ਨੇ। ਦੇਸ਼ ਵਿਦੇਸ਼ਣ ਤੇ ਚਲੇ ਆਵੇਂ, ਪਦ ਪੰਕਜ ਪਰ ਸੀਸ ਝੁਕਾਵੇਂ। ਦੇਸਾਂ ਵਿਦੇਸਾਂ ਤੋਂ ਸੰਗਤਾਂ ਜਿਵੇਂ ਆਉਂਦੀਆਂ ਸਨ, ਉਸੇ ਤਰ੍ਹਾਂ ਹੀ ਗੁਰੂ ਘਰ ਦੇ ਵਿੱਚ ਆਉਂਦੀਆਂ ਨੇ, ਸਤਿਗੁਰ ਦੇ ਚਰਨਾਂ ਕਮਲਾਂ ਦੇ ਵਿੱਚ ਆ ਕੇ ਨਮਸਕਾਰਾਂ ਕਰਦੀਆਂ ਨੇ। ਦਰਸ਼ਨ ਕਰੇ ਥੱਪੇ ਨਿਜ ਪੀਰ, ਇਹ ਖੁਦਾਏ ਕੋ ਕਹੈ ਸਰੀਰ। ਮੁਸਲਮਾਨ ਵੀਰ ਆ ਕੇ ਦਰਸ਼ਨ ਕਰਦੇ ਨੇ ਤੇ ਆ ਕੇ ਗੁਰੂ ਸਾਹਿਬ ਦੇ ਮੁਰੀਦ ਬਣ ਜਾਂਦੇ ਨੇ ਕਿ ਸਤਿਗੁਰੂ ਜੀ ਅੱਜ ਤੋਂ ਤੁਸੀਂ ਸਾਡੇ ਪੀਰ, ਸਾਡੇ ਪੀਰਾਂ ਦੇ ਪੀਰ, ਅਸੀਂ ਤੁਹਾਡੇ ਮੁਰੀਦ। ਹਿੰਦੂ ਆਪਣਾ ਭਗਵਾਨ ਮੰਨਦੇ ਸਨ, ਗੁਰੂ ਕੇ ਸਿੱਖ ਆਪਣਾ ਗੁਰੂ ਮੰਨਦੇ ਸਨ, ਮੁਸਲਮਾਨ ਕਹਿੰਦੇ ਸਨ ਤੁਸੀਂ ਸਾਡੇ ਪੀਰ, ਅਸੀਂ ਤੁਹਾਡੇ ਮੁਰੀਦ। ਆਪਸ ਵਿੱਚ ਗੱਲਾਂ ਕਰਕੇ ਕਹਿੰਦੇ ਸਨ ਇਹ ਖੁਦਾਏ ਕੋ ਕਹੈ ਸਰੀਰ, ਕਿ ਪੀਰ ਕੀ ਇਹ ਤਾਂ ਸਾਡੇ ਖੁਦਾ ਹੀ ਨੇ, ਇਹ ਤੇ ਆਪ ਹੀ ਖੁਦਾ ਸਰੀਰ ਲੈ ਕੇ ਸੰਸਾਰ ਵਿੱਚ ਆਏ। ਆਏ ਮੁਰੀਦ ਹੋਏ ਬਹੁਤ ਤੁਰਕਾ,
सुन सुन बचन हणै भरम उरका। बहुत सारे तुर्क मुसलमान होंगे आके गुरु साहब के मुरीद बन जाते हैं। गुरु साहब के बचन सुन सुन के अंदर के सारे भरम उन्होंने चले जाते हैं। तिज बाहज अर बैस कनेरे आवे शूद्र लगे गुर पैरे। ते केवल मुसलमान ही नहीं, कविराज जी कहते हैं जेडे दिज ब्राह्मण ने ये जिहड़ी मनु सिमरती के मुताबिक जिहड़ी जात पात उन्होंने बनाई वो भी आउंदे ने, खत्री भी आउंदे ने, वैस भी आउंदे ने, और जिन्होंने लोक शूद्र कहते हैं लोक नीवीं जात का कहते हैं। और नीवीं जात वालियां नूं आम तौर पर उन्होंने दिनों दे विच कोई अपना चेला बनाउंदा ही नहीं सी। पर इत्थे ते सतगुरू की बाणी है कि खत्री ब्राह्मण सूद वैस उपदेश चौ वर्णा को साझा। इत्थे केवल चारे वर्ण नहीं, अपने आप को किसी भी धर्म के अन्यायी समझने वाले जोड़े होंगे ने वो गुरु साहब के चरणों च नमस्कार करते हैं। और गुरु साहब जी सब नूं जी आया कहते हैं। ये जात पात क्योंकि गुरमत नहीं मनी, गुरु साहब तो सगों कहते हैं कि जेड़े जात पात दे विच पैंदे ने, जात पात दा जेड़े हंकार करते हैं जां अपने आप को हीना समझते हैं वो मूर्ख ते गुवार ने। सतगुरु जी के पावन बचन आप सब नूं चेते ने कि जात का गर्व न कर मूर्ख गवारा। हंकार करने वाला अपने आप को उच्ची जात कहने वाला भी मूर्ख है, ते अपने आप को नीवा समझने वाला भी मूर्ख है। और कई बार हादसा भी होता है। देखो आम पिंडां दे विच ये गल हजे भी चलती है, छाती ते हत्थ मार मार के कहते हैं कि मैं जट। और कई बार विचारा भी चलती ने, कई का भी जट ते हंकार कहता मैं उच्ची जात का। तो जेड़े जात पात उन्होंने बनाए जे उन्होंने मुताबिक वेखिए भी तेरी जात उच्ची कित्थे है। उच्चा तो ब्राह्मण ने अपने आप को कहा है, दूजा खत्री नूं रखिया है, तू तो तीजी थां ते है। पर फिर भी जे मूर्खां की तरह हथ मार के कहे कि मेरी उच्ची जात है, गुरु साहब के जात पात नूं मनदे ही नहीं। भी तेरी जात केवल मानस है, मनुख है, तेनों रब ने मनुख बनाया है। मानस की जात सब एक है पहचान को, जे को तेरी जात है तो वो तेरी जात खालसा है। खैर इत्थे जेड़े ने जात पात विच वंडे हुए लोग वो भी आउंदे ने। परम ज्ञान कण लख मन माही, सेवे चरण शब्द अवगाही। वो गुरु साहब के चरणों में नमस्कार करके बड़े प्रेम के विच जिथे आउंदे ने, गुरु के ज्ञान को समझ के अपने हिरदे च वसाउंदे ने। गुरु के शब्द विचार सुन के उस विचार को जीवन में फिर कमाउंदे ने। सुने बचन बैठे चहुं औरे, धन धन भणे कर जोरी। गुरु साहब जी जो शब्द के विचार करते हैं सारे चार सफेरे बैठते हैं। हुण सारे शब्द इस करके वरत्या जाता है क्योंकि केवल सिख ही नहीं, केवल हिंदू ही नहीं, मुसलमान नहीं, सारे आउंदे ने। विचार सुनने तो बाद सारे इक्को गल कहते हैं, इक्को ही आवाज़ निकलती है कि धन सतगुरु, धन गुरु, धन गुरु दे सिख। सतगुर बीच बिराजे ऐसे, उड़गन बिखे चंद्रमा जैसे। सतगुरु जी की तुलना तो किसी नाल नहीं की जा सकती। पर कवि संतोख सिंह जी कहते हैं जे उपमा करिए तो फिर इन्ने को कर सकने। गुरु साहब के सारिਆਂ ਦੇ ਵਿੱਚ बैठे ने तो इवें शोभते हैं जिमें तारिਆਂ ਦੇ ਵਿੱਚ चंद्रमा शोभ रहे होंगे। सबन को उपदेश बतावा, सुनो सिख मनुख तन पावा। हुण सतगुरु जी जिन्ने सिख होंदे ने उन्हां सारिਆਂ ਨੂੰ उपदेश दिंदे ने। और इस अध्याय का नाम भी सिखां ਨੂੰ उपदेश है। उपदेश दिंदे ने, कहंदे सुनो सिख मनुख तन पावा। ये भाई सिखो सुनो,
ਵੱਡੇ ਭਾਗਾਂ ਵਾਲੇ ਹੋ, ਤੁਹਾਨੂੰ ਇਹ ਮਨੁੱਖਾ ਸਰੀਰ ਮਿਲਿਆ ਹੈ, ਮਨੁੱਖਾ ਦੇਹ ਮਿਲੀ ਹੈ। ਦੁਰਲਭ ਹੈ ਅਮੂਲ ਪਦਾਰਥ, ਇਹ ਮਨੁੱਖਾ ਦੇਹੀ ਬੜੀ ਦੁਰਲਭ ਹੈ। ਇਹ ਇੱਕ ਉਹ ਪਦਾਰਥ ਹੈ ਜਿਹਦਾ ਮੁੱਲ ਦੁਨੀਆ ਵਿੱਚ ਪਾਇਆ ਨਹੀਂ ਜਾ ਸਕਦਾ, ਅਮੂਲ ਹੈ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਬਾਣੀ ਦੇ ਵਿੱਚ ਕਹੇ ਨੇ, ਮਾਨਸ ਜਨਮ ਦੁਰਲਭ ਗੁਰਮੁਖ ਪਾਇਆ, ਵੱਡੇ ਭਾਗਾਂ ਵਾਲੇ ਨੂੰ ਮਿਲਿਆ ਹੈ। ਨਿਜ ਸਰੂਪ ਲਖ ਕਰੋ ਸਖਾਰਤ, ਸਤਿਗੁਰੂ ਕਹਿੰਦੇ ਨੇ ਭਾਈ ਸਿੱਖੋ, ਜੇ ਇਹ ਵੱਡੇ ਭਾਗਾਂ ਕਰਕੇ ਸਰੀਰ ਮਿਲਿਆ ਹੈ ਨਾ, ਤੇ ਆਪਣੇ ਨਿਜ ਸਰੂਪ ਨੂੰ ਪਛਾਣੋ। ਤੁਸੀਂ ਸਰੀਰ ਨਹੀਂ। ਔਰ ਤਕਰੀਬਨ ਸਾਰੀ ਦੁਨੀਆ ਕੋਈ ਵਿਰਲੇ ਟਾਵੇਂ ਛੱਡ ਕੇ ਆਪਣੇ ਆਪ ਨੂੰ ਸਰੀਰ ਹੀ ਸਮਝਦੇ ਨੇ। ਤੁਸੀਂ ਸਰੀਰ ਨਹੀਂ। ਕਹਿੰਦੇ ਆਪਣੇ ਨਿਜ ਸਰੂਪ ਨੂੰ ਪਛਾਣੋ ਕਿ ਤੁਸੀਂ ਹੋ ਕੌਣ। ਵਿਸਿਆ ਨਾ ਸੁਖ ਸਭ ਜੋਨਣ ਮਾਹੀ, ਇੱਕ ਵਿਚਾਰ ਨਾਰ ਤਨ ਬਿਨ ਨਬ ਨਾਹੀ। ਸਤਿਗੁਰੂ ਕਹਿੰਦੇ ਨੇ ਇਹਨਾਂ ਵਿਸ਼ੇ ਵਿਕਾਰਾਂ ਦੇ ਵਿੱਚ ਫਸ ਕੇ ਇਹ ਸਮਝ ਲਓ ਕਿ ਜੂਨਣ ਮਾਹੀ, ਜੂਨਾਂ ਦੇ ਵਿੱਚ ਚੱਕਰ ਵੱਜ ਜਾਏਗਾ। ਇਹ ਵਿਚਾਰ ਕਰੋ, ਇਸ ਨੂੰ ਸਮਝੋ ਕਿ ਭਾਈ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਜਾਣਾ ਕਿੱਥੇ ਹੈ। ਕਿਉਂਕਿ ਇਹ ਗੱਲ ਤਾਂ ਸਪਸ਼ਟ ਹੈ, ਤੁਸੀਂ ਸਰੀਰ ਨਹੀਂ। ਸਤਿਗੁਰੂ ਜੀ ਇਸੇ ਤਰ੍ਹਾਂ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ। ਅਗਲਾ ਪ੍ਰਸੰਗ ਆਪਾਂ ਕੱਲ੍ਹ ਵਿਚਾਰਾਂਗੇ ਸਮੇਂ ਦੇ ਮੁਤਾਬਕ। ਇਤਨੀ ਬੇਨਤੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਣ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ